ਆਉਣ ਵਾਲੀ ਪੀੜ੍ਹੀ ਇਹ ਕਹਾਵਤ ਕੁਝ ਇਸ ਤਰ੍ਹਾਂ ਬੋਲੇ ਵੀ ਦਿੱਲੀ ਦੇ ਦੰਦ ਵਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ। ਜੋ ਇਹਦੇ ਵਿੱਚ ਟਿੱਪਰ ਵੱਡੇ ਖੜੇ ਕਰ ਦਿੱਤੇ ਗਏ ਆ, ਰਸਤੇ ਬਿਲਕੁਲ ਬਲੌਕ ਕਰ ਦਿੱਤੇ ਗਏ ਆ, ਸਿਰਫ ਸਿਕਿਉਰਿਟੀ ਰੀਜ਼ਨਸ ਦੱਸ ਕੇ ਜੋ ਸਰਦਾਰ ਕੋਈ ਵੀ ਪਗੜੀ ਵਾਲਾ ਬੰਦਾ ਆ ਉਹਨੂੰ ਅੰਦਰ ਜਾਣ ਤੋਂ, ਦਿੱਲੀ ਵਾਲੀ ਸਾਈਡ ਜਾਣ ਦੇ ਤੋਂ ਰੋਕਿਆ ਜਾ ਰਿਹਾ ਲਗਾਤਾਰ। ਐਂਬੂਲੈਂਸ ਤੁਸੀਂ ਦੇਖ ਸਕਦੇ ਜੀ ਕਿ ਐਂਬੂਲੈਂਸ ਹੈ ਜੋ ਉਹ ਵੀ ਇੱਥੇ ਖੜੀ ਹੋਈ ਹੈ ਇੱਕ, ਪਰ ਰਸਤਾ ਟਿੱਪਰਾਂ ਦੇ ਨਾਲ ਜੋ ਹੈ ਉਹ ਬੰਦ ਕੀਤਾ ਹੋਇਆ ਵਾ। ਔਰ ਜਿਹੜੇ ਅਧਿਕਾਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹਨਾਂ ਅਧਿਕਾਰੀਆਂ ਕਹਿ ਕੇ ਉੱਪਰੋਂ ਆਰਡਰ ਆਏ ਆ, ਔਰ ਇੱਕ ਸਾਈਡ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਵਧੀਆ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਸਾਨੀ ਅੰਦੋਲਨ ਨੇ ਕਈ ਸਾਰੀਆਂ ਚੀਜ਼ਾਂ ਦੀ ਪਰਿਭਾਸ਼ਾ ਬਦਲ ਕੇ ਰੱਖ ਦਿੱਤੀ ਹੈ। ਇੱਕ ਕਹਾਵਤ ਤੁਸੀਂ ਸੁਣੀ ਹੋਣੀ ਹੈ ਕਿ ਹਾਥੀ ਦੇ ਦੰਦ ਵਿਖਾਣ ਨੂੰ ਹੋਰ ਤੇ ਖਾਣ ਨੂੰ ਹੋਰ। ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਹਾਵਤ ਦੀ ਪਰਿਭਾਸ਼ਾ ਵੀ ਬਦਲ ਜਾਵੇਗੀ। ਆਉਣ ਵਾਲੀ ਪੀੜ੍ਹੀ ਇਹ ਕਹਾਵਤ ਕੁਝ ਇਸ ਤਰ੍ਹਾਂ ਬੋਲੇ ਵੀ ਦਿੱਲੀ ਦੇ ਦੰਦ ਵਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ। ਇਹ ਮੈਂ ਇੰਝ ਹੀ ਨਹੀਂ ਕਹਿ ਰਿਹਾ, ਦਰਅਸਲ ਇੱਕ ਤਾਜ਼ਾ ਘਟਨਾਕ੍ਰਮ ਸਾਹਮਣੇ ਆਇਆ ਹੈ ਜੋ ਇਸ ਗੱਲ ਨੂੰ ਸਪਸ਼ਟ ਕਰਦਾ ਹੈ। ਦਿੱਲੀ ਤੋਂ ਸਿੰਘੂ ਬਾਰਡਰ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਿੰਘੂ ਤੋਂ ਨਰੇਲਾ ਨੂੰ ਹੋ ਕੇ ਦਿੱਲੀ ਜਾਂਦੀ ਸੜਕ ਉੱਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤੇ ਖਾਸ ਤੌਰ ਤੇ ਪੰਜਾਬ ਚੰਡੀਗੜ੍ਹ ਨੰਬਰ ਦੀਆਂ ਗੱਡੀਆਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ। ਫਿਰ ਭਾਵੇਂ ਉਹਨਾਂ ਦਾ ਅੰਦੋਲਨ ਦੇ ਨਾਲ ਕੋਈ ਵਾਸਤਾ ਹੋਵੇ ਜਾਂ ਨਾ ਹੋਵੇ, ਫਿਰ ਭਾਵੇਂ ਰੋਕੇ ਜਾਣ ਵਾਲੇ ਸ਼ਖਸ ਵੱਲੋਂ ਕਈ ਸਾਰੀਆਂ ਗੁਹਾਰਾਂ ਲਾਈਆਂ ਜਾਣ ਕਿ ਉਹ ਕਿਸੇ ਕਾਗਜ਼ੀ ਕੰਮ, ਸਰਕਾਰੀ ਕੰਮ ਨੂੰ ਚੱਲਿਆ, ਪਰ ਪੰਜਾਬ ਚੰਡੀਗੜ੍ਹ ਨੰਬਰ ਦੀਆਂ ਗੱਡੀਆਂ ਨਹੀਂ ਜਾਣ ਦਿੱਤੀਆਂ ਜਾ ਰਹੀਆਂ। ਨਾਲ ਹੀ ਇੱਕ ਹੋਰ ਪਛਾਣ ਵੀ ਰੱਖੀ ਗਈ ਹੈ, ਦਸਤਾਰਧਾਰੀਆਂ ਨੂੰ ਵੀ ਦਿੱਲੀ ਵੱਲ ਜਾਣ ਤੋਂ ਰੋਕਿਆ ਜਾ ਰਿਹਾ। ਸੋ ਕਿਉਂ ਕੀਤਾ ਜਾ ਰਿਹਾ? ਕਈ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਦਿੱਲੀ ਦੇ ਦਿਲ ਦੇ ਵਿੱਚ ਕੋਈ ਡਰ ਹੈ? ਕੀ ਇਹ ਡਰ ਇਹ ਗੱਲ ਦਾ ਹੈ ਕਿ ਕਿਸਾਨਾਂ ਨੇ ਹੁਣ ਆਪਣੀ ਜਿੱਤ ਹਾਸਲ ਕਰ ਰਹੀ ਹੈ? ਕੁਝ ਕੁ ਐਲਾਨ ਹੋਣੇ ਬਾਕੀ ਨੇ। ਜੇ ਕਿਸਾਨ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਦਿੱਲੀ ਜਾਣ ਤਾਂ ਫਿਰ ਦਿੱਲੀ ਦੀ ਜਿਹੜੀ ਅੜ ਭੰਨੀ ਗਈ ਹੈ ਉਸ ਦਾ ਜਨਾਜ਼ਾ ਕਿਤੇ ਸਾਰਾ ਦੇਸ਼ ਨਾ ਵੇਖ ਲਵੇ। ਕੀ ਡਰ ਹੈ ਦਿੱਲੀ ਦੇ ਦਿਲ ਦੇ ਵਿੱਚ? ਇਹ ਸਵਾਲ ਖੜੇ ਨੇ। ਵੇਖੋ ਕੀ ਹਾਲਾਤ ਨੇ ਮੌਕੇ ਤੇ ਕਿ ਐਂਬੂਲੈਂਸ ਤੱਕ ਨੂੰ ਵੀ ਲੰਘਣ ਨਹੀਂ ਦਿੱਤਾ ਜਾ ਰਿਹਾ। ਸਿੰਘੂ ਬਾਰਡਰ ਤੋਂ ਇਹ ਲਾਈਵ ਵੀਡੀਓ। ਹਾਂਜੀ, ਅਸੀਂ ਇਸ ਵੇਲੇ ਜੋ ਸਿੰਘੂ ਬਾਰਡਰ ਤੋਂ ਨਰੇਲਾ ਨੂੰ ਸੜਕ ਜਾਂਦੀ ਹੈ ਜੀ ਉਸ 'ਤੇ ਮੌਜੂਦ ਹਾਂ, ਔਰ ਤੁਸੀਂ ਦੇਖ ਸਕਦੇ ਜੇ ਕਿ ਜੋ ਰੋਡ ਸੀਗੀ ਪਹਿਲਾਂ ਇੱਥੇ ਟ੍ਰੈਫਿਕ ਚੱਲਦੀ ਪਈ ਸੀ, ਆਉਣ ਜਾਣ ਚੱਲਦਾ ਪਿਆ ਸੀਗਾ। ਆਮ ਸਿਵਲੀਅਨਸ ਲੋਕ ਸੀਗੇ, ਜਿਹੜੇ ਸ਼ਹਿਰੀ ਲੋਕ ਸੀਗੇ, ਦਿਹਾੜੀਦਾਰ ਮਜ਼ਦੂਰ ਸੀਗੇ, ਆਪਣਾ ਜੋ ਨਿਤਮਰਾ ਦੇ ਕੰਮਾਂ ਨੂੰ ਨਿਕਲਦੇ ਸੀਗੇ ਘਰਾਂ ਤੋਂ, ਤੇ ਉਹਨਾਂ ਦਾ ਜੋ ਚੱਲਦਾ ਪਿਆ ਸੀ ਰਸਤਾ ਬੜਾ ਵਧੀਆ, ਔਰ ਪਹਿਲਾਂ ਤੋਂ ਬੈਰੀਕੇਡਿੰਗ ਕੀਤੀ ਗਈ ਸੀ, ਪਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਕਿ ਲੰਘਣ ਦੇ ਵਾਸਤੇ ਉਹਦੇ ਵਿੱਚ ਜਗ੍ਹਾ ਦਿੱਤੀ ਗਈ ਸੀਗੀ। ਪਰ ਅੱਜ ਰਾਤ ਤੋਂ ਜੋ ਇਹਦੇ ਵਿੱਚ ਟਿੱਪਰ ਵੱਡੇ ਖੜੇ ਕਰ ਦਿੱਤੇ ਗਏ ਆ, ਰਸਤੇ ਬਿਲਕੁਲ ਬਲੌਕ ਕਰ ਦਿੱਤੇ ਗਏ ਆ, ਔਰ ਕੱਲ੍ਹ ਰੋਜ਼ ਤੋਂ ਅਸੀਂ ਦੇਖ ਰਹੇ ਹਾਂ ਕਿ ਸਿਕਿਉਰਿਟੀ ਦੇ ਨਾਂ ਦੇ ਉੱਤੇ, ਸਿਰਫ ਸਿਕਿਉਰਿਟੀ ਰੀਜ਼ਨਸ ਦੱਸ ਕੇ ਜੋ ਸਰਦਾਰ ਕੋਈ ਵੀ ਪਗੜੀ ਵਾਲਾ ਬੰਦਾ ਆ ਉਹਨੂੰ ਅੰਦਰ ਜਾਣ ਤੋਂ, ਦਿੱਲੀ ਵਾਲੀ ਸਾਈਡ ਜਾਣ ਦੇ ਉੱਤੋਂ ਰੋਕਿਆ ਜਾ ਰਿਹਾ ਲਗਾਤਾਰ। ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਫੋਰਸ ਮੌਜੂਦ ਆ, ਔਰ ਲਗਾਤਾਰ ਇਹ ਚੀਜ਼ ਜਿਹੜੀ ਹੈ ਰਸਤੇ ਦੀ ਆ, ਲੋਕਾਂ ਨੂੰ ਪਰੇਸ਼ਾਨੀ ਆ ਰਹੀ ਆ। ਐਂਬੂਲੈਂਸ ਤੁਸੀਂ ਦੇਖ ਸਕਦੇ ਜੀ ਕਿ ਐਂਬੂਲੈਂਸ ਹੈ ਜੋ ਉਹ ਵੀ ਇੱਥੇ ਖੜੀ ਹੋਈ ਹੈ ਇੱਕ, ਪਰ ਰਸਤਾ ਟਿੱਪਰਾਂ ਦੇ ਨਾਲ ਜੋ ਹੈ ਉਹ ਬੰਦ ਕੀਤਾ ਹੋਇਆ ਵਾ। ਸੋ ਇੱਕ ਪਾਸੇ ਤਾਂ ਸਰਕਾਰ ਇਹ ਚੀਜ਼ ਕਰ ਰਹੀ ਆ, ਲੋਕਾਂ ਨੂੰ ਸੁਨੇਹਾ ਇਹ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਰਕਾਰ ਮਾਹੌਲ ਵਧੀਆ ਚਾਹੁੰਦੀ ਹੈ ਕਿਸਾਨਾਂ ਦੇ ਨਾਲ, ਕਾਨੂੰਨ ਰੱਦ ਕੀਤੇ ਜਾ ਰਹੇ ਆ, ਜੇ ਕੀਤਾ ਜਾ ਰਿਹਾ ਉਹ ਕੀਤੇ ਜਾ ਰਿਹਾ। ਪਰ ਤੁਸੀਂ ਦੇਖ ਸਕਦੇ ਜੇ ਕਿ ਇੱਕ ਸਾਈਡ ਤੇ ਦੂਜੀ ਸਾਈਡ ਦੇ ਉੱਤੇ ਕੀ ਕੀਤਾ ਜਾ ਰਿਹਾ, ਲਗਾਤਾਰ ਮਾਹੌਲ ਨੂੰ ਤਣਾਅਪੂਰਨ ਬਣਾਇਆ ਜਾ ਰਿਹਾ, ਔਰ ਵਾਅਦੇ ਕੁਛ ਕੀਤੇ ਜਾ ਰਹੇ ਆ ਪਰ ਧਰਤੀ ਦੇ ਉੱਤੇ ਗਰਾਊਂਡ ਰਿਐਲਿਟੀ ਕੁਛ ਹੋ ਰਿਹਾ। ਸੋ ਇਹ ਲੋਕੀ ਜੋ ਕਹਿ ਰਹੇ ਆ ਕਿ ਕਾਨੂੰਨ ਰੱਦ ਹੋ ਗਏ ਆ, ਹੁਣ ਕਿਸਾਨਾਂ ਨੂੰ ਘਰੇ ਚੱਲ ਜਾਣਾ ਚਾਹੀਦਾ, ਸਰਕਾਰ ਕਹਿ ਰਹੀ ਆ। ਸਰਕਾਰ ਦਾ ਜੋ ਮੂੰਹ ਬੋਲਦੀ ਤਸਵੀਰ ਹੈ ਜੀ ਇਹਦੇ ਵਿੱਚ। ਸੋ ਇਸ ਚੀਜ਼ ਕਰਕੇ ਦੇਖ ਸਕਦੇ ਜੇ ਕਿ ਲਗਾਤਾਰ ਪਰੇਸ਼ਾਨੀ ਹੋ ਰਹੀ ਹੈ ਲੋਕਾਂ ਨੂੰ। ਸਰਕਾਰ ਜੋ ਆ ਤਣਾਅਪੂਰਨ ਮਾਹੌਲ ਜਿਹੜਾ ਉਹ ਕਿਸਾਨਾਂ ਦੇ ਨਾਲ ਉਹ ਕ੍ਰੀਏਟ ਕਰ ਰਹੀ ਹੈ। ਸਿੰਘੂ ਤੋਂ ਜੋ ਨਰੇਲਾ ਸਾਈਡ ਨੂੰ ਰੋਡ ਜਾਂਦੀ ਹੈ ਉਹਦੇ 'ਤੇ ਖੜੇ ਆ, ਔਰ ਤੁਸੀਂ ਦੇਖ ਸਕਦੇ ਜੀ ਇਹ ਬੈਰੀਕੇਡ ਇੱਥੇ ਪਹਿਲਾਂ ਕੀਤੀ ਗਈ ਸੀ, ਪਰ ਇਹਦੇ ਵਿੱਚ ਕੁਛ ਰਸਤਾ ਦਿੱਤਾ ਗਿਆ ਸੀਗਾ ਲੰਘਣ ਵਾਸਤੇ ਗੱਡੀਆਂ ਲੰਘਣ ਵਾਸਤੇ। ਪਰ ਇਸ ਟਾਈਮ ਦੇ ਉੱਤੇ ਰਾਤ ਤੋਂ ਲੈ ਕੇ ਇਹਨਾਂ ਨੇ ਵੱਡੇ ਟਿੱਪਰ ਖੜੇ ਕਰ ਦਿੱਤੇ ਗਏ ਆ ਅਥਾਰਟੀ ਵੱਲੋਂ। ਔਰ ਜਦੋਂ ਪੁੱਛਿਆ ਗਿਆ ਵਾ ਆਪਣਾ ਜਥੇਬੰਦੀਆਂ ਵੱਲੋਂ ਕਿ ਕੀ ਕਾਰਨ ਹੈ ਇਹਦੇ ਪਿੱਛੇ, ਤਾਂ ਸਿਰਫ ਇੱਕ ਸਿੰਪਲ ਜੀ ਗੱਲ ਕਹਿੰਦੀ ਕਿ ਸਿਕਿਉਰਿਟੀ ਰੀਜ਼ਨਸ ਦੀ ਵਜ੍ਹਾ ਦੇ ਨਾਲ ਇਹ ਚੀਜ਼ ਕੀਤੀ ਗਈ ਆ। ਔਰ ਜਿਹੜੇ ਅਧਿਕਾਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹਨਾਂ ਅਧਿਕਾਰੀਆਂ ਕਹਿ ਕੇ ਉੱਪਰੋਂ ਆਰਡਰ ਆਏ ਆ, ਉਹ ਆਰਡਰਾਂ ਦੇ ਪਿੱਛੇ ਕਾਰਨ ਕੀ ਆ ਉਹ ਕਿਸੇ ਨੂੰ ਵੀ ਕੁਛ ਉਹਨਾਂ ਨੇ ਸਾਨੂੰ ਦੱਸਣਾ ਜਿਹੜਾ ਜਾਂ ਮੁਨਾਸਬ ਨਹੀਂ ਸਮਝਿਆ ਜਾਂ ਵਾਕਈ ਉਹਨਾਂ ਨੂੰ ਪਤਾ ਨਹੀਂ ਹੈ। ਔਰ ਇੱਕ ਸਾਈਡ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਵਧੀਆ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ,
ਪ੍ਰਧਾਨ ਮੰਤਰੀ, ਸਾਡੇ ਖੇਤੀਬਾੜੀ ਮੰਤਰੀ ਸਾਰੇ ਆਪੋ ਆਪਣਾ ਇੱਕ ਹਿਸਾਬ ਨਾਲ ਗੱਲਾਂ ਨੂੰ ਬੜੇ ਵਧੀਆ ਗੱਲਾਂ, ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੇ, ਪਰ ਦੂਸਰੀ ਸਾਈਡ ਦੇ ਉੱਤੇ ਇਦਾਂ ਦੇ ਚੀਜ਼ਾਂ ਕਰਕੇ, ਇਦਾਂ ਦੇ ਕੰਮ ਕਰਕੇ ਸਰਕਾਰ ਜਿਹੜਾ ਆ ਉਹ ਲਗਾਤਾਰ ਅੰਦੋਲਨਕਾਰੀਆਂ ਵਿੱਚ ਤੇ ਸਰਕਾਰ ਦੇ ਵਿੱਚ ਉਹ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਇਹ ਦੇਖ ਸਕਦੇ ਕਿ ਐਂਬੂਲੈਂਸ ਵੀ ਆ ਇੱਥੇ ਸਾਡੇ ਕੋਲ ਮੌਜੂਦ ਆ। ਇਹ ਜੋ ਰਸਤਾ ਆ ਹੁਣ ਸਰਕਾਰ ਰੋਕ ਕੇ ਬੈਠੀ ਆ, ਐਂਬੂਲੈਂਸ ਇੱਥੇ ਮੌਜੂਦ ਆ ਜੋ ਵਿੱਚ ਇੱਥੇ ਫਸੀ ਹੋਈ ਆ, ਲੰਘਣ ਨੂੰ ਜਿਹਦੇ ਕੋਲ ਰਸਤਾ ਨਹੀਂ ਹੈ। ਔਰ ਇੱਥੇ ਸਰਕਾਰ ਦੀ ਕਹਿਣੀ ਤੇ ਕਰਨੀ ਆ ਜੋ ਉਹਦੇ ਵਿੱਚ ਸਾਫ਼ ਅੰਤਰ ਤੁਸੀਂ ਦੇਖ ਸਕਦੇ ਜੀ। ਬੈਰੀਕੇਡਿੰਗ ਇੱਕ ਵਾਰੀ ਲਾਗੇ ਤੋਂ ਵਿਖਾ ਦਿੰਦੇ ਤੁਹਾਨੂੰ। ਇੱਥੇ ਰਸਤਾ ਸੀਗਾ ਗੱਡੀਆਂ ਲੰਘਣ ਨੂੰ, ਪਰ ਰਾਤ ਨੂੰ ਇਹ ਟਿੱਪਰ ਇਹਦੇ ਵਿੱਚ ਰੋਕ ਕੇ ਤੇ ਇਹਨੂੰ ਬਿਲਕੁਲ ਬਲੌਕ ਕਰ ਦਿੱਤਾ ਗਿਆ ਹੈ। ਸੋ ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਜੋ ਫਰਕ ਆ ਉਹ ਸਾਫ਼ ਨਜ਼ਰ ਆ ਰਿਹਾ ਸਾਨੂੰ। ਇਸੇ ਕਰਕੇ ਜਿੰਨੀ ਦੇਰ ਅਸੀਂ ਕਹਿੰਦੇ ਆ ਕਿ ਜਿੰਨੀ ਦੇਰ ਸਾਨੂੰ ਸਾਰਾ ਕੁਝ ਕਾਗਜ਼ੀ ਕਾਰਵਾਈ ਨਹੀਂ ਮਿਲ ਜਾਂਦੀ, ਉਨੀ ਦੇਰ ਵਾਸਤੇ ਅੰਦੋਲਨ ਦਾ ਅਸੀਂ ਸਰਕਾਰ ਦੇ ਭਰੋਸੇ ਦੇ ਉੱਤੇ ਕਦੇ ਵੀ ਨਹੀਂ ਛੱਡ ਸਕਦੇ। ਔਰ ਕੱਲ ਰੋਜ਼ ਤੋਂ ਇੱਕ ਹੋਰ ਮੁਸ਼ਕਲ ਆ ਰਹੀ ਹੈ ਕਿ ਜੋ ਇੱਥੋਂ ਖਾਸ ਤੌਰ 'ਤੇ ਪਗੜੀਧਾਰੀ ਸਰਦਾਰ ਹੈ, ਜਦੋਂ ਉਹ ਦਿੱਲੀ ਵੱਲ ਜਾਣ ਦੀ, ਇੱਥੋਂ ਦਿੱਲੀ ਵੱਲ ਨੂੰ ਕੋਈ ਨਿਕਲਦਾ, ਕੋਈ ਆਪਣੇ ਰੋਜ਼ਮਰਰਾ ਦੇ ਕੰਮਾਂ ਨੂੰ ਵੀ ਨਿਕਲਦਾ, ਤੇ ਜਿਹੜਾ ਪਗੜੀ ਬੰਨੀ ਹੁੰਦੀ ਹੈ ਜਿਹਨੇ, ਉਹਨੂੰ ਰੋਕ ਲਿਆ ਜਾਂਦਾ ਆ। ਸੋ ਦੇਖਿਆ ਤੁਸੀਂ ਕਿਸ ਤਰੀਕੇ ਰੋਕਿਆ ਜਾ ਰਿਹਾ, ਕਿਸ ਤਰੀਕੇ ਟਿੱਪਰ ਖੜੇ ਕਰਕੇ, ਬੈਰੀਕੇਡਿੰਗ ਕਰਕੇ ਰਾਹ ਬੰਦ ਕਰ ਦਿੱਤਾ ਗਿਆ। ਕਿ ਇਹ ਰਾਹ ਸਿਰਫ ਉਦੋਂ ਹੀ ਖੁੱਲ੍ਹੇਗਾ ਜਦੋਂ ਕਿਸਾਨ ਆਪਣੇ ਘਰਾਂ ਨੂੰ, ਪੰਜਾਬ ਨੂੰ ਪਰਤ ਆਉਣਗੇ। ਉਨੀ ਦੇਰ ਤੱਕ ਇਹ ਵਤੀਰਾ ਇਸੇ ਤਰੀਕੇ ਜਾਰੀ ਰਹੇਗਾ ਕਿ ਉਸ ਤੋਂ ਬਾਅਦ ਵੀ ਇਸ ਵਤੀਰੇ ਨੂੰ ਜਾਰੀ ਰੱਖਿਆ ਜਾ ਸਕਦਾ। ਦਿੱਲੀ ਦੇ ਉੱਤੇ ਕਿਸਾਨ ਫਿਰ ਕਿਸ ਤਰੀਕੇ ਵਿਸ਼ਵਾਸ ਕਰਨ, ਇਹ ਸਾਰੇ ਸਵਾਲ, ਇਹਨਾਂ ਦੇ ਜਵਾਬ ਹਾਲੇ ਤੱਕ ਲੱਭ ਨਹੀਂ ਰਹੇ। ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਸਾਂਝੇ ਕਰ ਸਕਦੇ ਹੋ। ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।